ਤਾਂ ਕੇਅਰ ਹੋਮ ਬਣਾਉਣ ਦੀ ਮੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਖਾਸ ਤੌਰ ਤੇ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਕੇਅਰ ਹੋਮ ਦੀ ਲੋੜ ਹੁਣ ਵੀ ਜ਼ਿਆਦਾ ਮਹਿਸੂਸ ਹੋਣ ਲੱਗ ਪਈ ਹੈ। ਤਾਂ ਕਿੰਨੀ ਕੁ ਵਾਰ ਇਹ ਜੋ ਗੱਲ ਚੁੱਕੀ ਗਈ ਹੈ, ਅੱਗੋਂ ਕੀ ਜਵਾਬ ਮਿਲਦਾ ਹੈ, ਇਹ ਗੱਲਬਾਤ ਕਰਾਂਗੇ। ਸਾਡੇ ਨਾਲ ਪੁਸ਼ਪਾਂਜਲੀ ਟਰਸਟ ਵੱਲੋਂ ਆਦਿਤਿਆ ਵਿਕਰਮ ਰਮਰਤਾ ਜੀ ਜੁੜੇ ਹੋਏ ਨੇ। ਆਦਿਤਿਆ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਨਾਲ ਹੀ ਸਾਡੇ ਨਾਲ ਫੋਰਟਿਸ ਹਸਪਤਾਲ ਤੋਂ ਡਾਕਟਰ ਸਿਮੀ ਵੜੈਚ ਜੋ ਕਿ ਸਾਈਕੈਟ੍ਰਿਸਟ ਨੇ, ਮਨੋਵਿਗਿਆਨੀ ਨੇ। ਡਾਕਟਰ ਸਿਮੀ, ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਤੇ। ਤਾਂ ਸਭ ਤੋਂ ਪਹਿਲਾਂ ਡਾਕਟਰ ਸਿਮੀ, ਜੇਕਰ ਗੱਲ ਅਸੀਂ ਜ਼ਿਆਦਾ ਦੂਰ ਜਾ ਕੇ ਨਾ ਚੰਡੀਗੜ੍ਹ ਦੀ ਕਰੀਏ ਜਾਂ ਆਸ-ਪਾਸ ਦੇ ਇਲਾਕਿਆਂ ਦੀ ਕਰੀਏ ਤਾਂ ਕਿੰਨੇ ਕੁ ਮਰੀਜ਼ ਨੇ, ਕਿਉਂਕਿ ਮੈਂਟਲ ਇਲਨੈਸ ਬਹੁਤ ਜ਼ਿਆਦਾ ਵਧੀ ਹੈ ਪਿਛਲੇ ਦਿਨਾਂ ਦੇ ਵਿੱਚ, ਤਾਂ ਕਿੰਨੇ ਕੁ ਮਰੀਜ਼ ਨੇ ਜਿਹੜੇ ਇੱਥੇ ਮੈਂਟਲ ਹੈਲਥ ਦੇ ਨਾਲ ਸਫਰ ਨੇ? देखो ਜਿਹੜੇ ਸਾਈਕੈਟ੍ਰਿਕ ਇਲਨੈਸਿਸ ਹੈ ਜਾਂ ਮੈਂਟਲ ਇਲਨੈਸਿਸ ਹੈ ਇਹ ਤਾਂ ਹਮੇਸ਼ਾ ਤੋਂ ਚੱਲੀ ਆ ਰਹੀਆਂ ਨੇ ਤੇ ਕੁਝ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕ੍ਰੋਨਿਕ ਹੁੰਦੀਆਂ, ਜਿਸ ਤਰ੍ਹਾਂ ਜ਼ਿਆਦਾ ਸਿਵੀਅਰ ਹੁੰਦੀਆਂ ਤੇ ਕੁਝ ਲੋਕਾਂ ਨੂੰ ਹੈਲਪ ਚਾਹੀਦੀ ਹੁੰਦੀ ਹੈ ਆਪਣੀ ਰੋਜ਼ਮर्रा ਦੀ ਲਾਈਫ ਲਿਵ ਕਰਨ ਨੂੰ। ਤੇ ਜਦੋਂ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਬ੍ਰਦਰ ਸਿਸਟਰ ਉੱਥੇ ਨਹੀਂ ਰਹਿੰਦੇ ਤਾਂ ਉਹ ਇਕੱਲੇ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਦੇ ਕਈ ਲੋਕ ਹੈਗੇ। ਅਸੀਂ ਇੱਕ ਅਸੈਸਮੈਂਟ ਵੀ ਕੀਤੀ ਸੀ 32 ਮੈਡੀਕਲ ਕਾਲਜ ਪੀਜੀਆਈ ਦੇ ਡਾਕਟਰਸ ਦੇ ਨਾਲ ਰਲ ਕੇ, ਤੇ ਉਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਤਕਰੀਬਨ 400 ਲੋਕ ਇਹੋ ਜਿਹੇ ਕਰੰਟਲੀ ਹੈਗੇ ਜਿਹੜੇ ਅਸੀਂ ਅਸੈਸ ਕਰ ਪਾਏ ਸੀ ਤੇ ਉਹਨਾਂ ਵਿੱਚੋਂ 60-70 ਨੂੰ ਹੁਣੇ ਰਾਈਟ ਨਾਓ ਜ਼ਰੂਰਤ ਹੈਗੀ ਗਰੁੱਪ ਹੋਮਸ ਦੀ ਜਾਂ ਅਸਿਸਟਡ ਲਿਵਿੰਗ ਦੀ, ਕਿਉਂਕਿ ਕਈ ਜਿਹੜੇ ਲੋਕ ਹੈ ਉਹ ਇਹੋ ਜਿਹੇ ਹੈ ਜਿਨ੍ਹਾਂ ਦੇ ਪੇਰੈਂਟਸ ਓਲਡ ਹੋ ਚੁੱਕੇ ਨੇ ਤੇ ਉਹਨਾਂ ਨੂੰ ਬਹੁਤ ਫਿਕਰ ਹੈ ਕਿ ਸਾਥੋਂ ਬਾਅਦ ਕੀ ਹੋਊਗਾ। ਇਸ ਕਰਕੇ ਇਹ ਬੜੀ ਅਕਿਊਟ ਸਮੱਸਿਆ ਬਣ ਗਈ ਹੈ ਤੇ ਆਈ ਥਿੰਕ ਚੰਡੀਗੜ੍ਹ ਇੱਕ ਮਾਡਰਨ ਸਿਟੀ ਹੋਣ ਕਰਕੇ ਜੇ ਇੱਥੇ ਇਹੋ ਜਿਹੀ ਸੁਵਿਧਾ ਹੋਵੇਗੀ ਕਿ ਜਿੱਥੇ ਮੈਂਟਲ ਇਲਨੈਸਿਸ ਵਾਲੇ ਲੋਕ ਤੇ ਨਾਲ ਫਿਜ਼ੀਕਲ ਡਿਸੇਬਿਲਿਟੀਜ਼ ਵਾਲੇ ਲੋਕ ਜੇ ਇਕੱਠੇ ਹੋ ਕੇ ਇੱਕ ਵਿਲੇਜ ਵਿੱਚ ਰਹਿ ਪਾਣ ਤਾਂ ਇੱਕ ਬਹੁਤ ਚੰਡੀਗੜ੍ਹ ਇੱਕ ਐਗਜ਼ਾਮਪਲ ਬਣ ਜਾਊਗਾ ਪੂਰੇ ਦੇਸ਼ ਲਈ। ਤੇ ਲੋਕ ਇੱਥੇ ਆ ਕੇ ਦੇਖਣਗੇ ਕਿ ਚੰਡੀਗੜ੍ਹ ਦਾ ਸਿਰਫ ਉਹ ਮਾਡਰਨ ਸਿਟੀ ਹੀ ਨਹੀਂ ਹੈ ਪਰ ਉਹਦੇ ਵਿੱਚ ਦਿਲ ਵੀ ਹੈ ਤੇ ਉਹ ਇੱਕ ਆਪਣੇ ਸਿਟੀਜ਼ਨਸ ਲਈ ਕੇਅਰ ਕਰਦੀ ਹੈ। ਬਿਲਕੁਲ, ਤਾਂ ਸਿਟੀ ਬਿਊਟੀਫੁਲ ਥੋੜੀ ਹੋਰ ਬਿਊਟੀਫੁਲ ਹੋ ਜਾਵੇਗੀ ਜੇਕਰ ਇਹ ਵੀ ਪਹਿਲ ਚੰਡੀਗੜ੍ਹ ਦੇ ਵਿੱਚ ਕਰ ਲਿੱਤੀ ਜਾਵੇਗੀ। ਤਾਂ ਆਦਿਤਿਆ ਵਿਕਰਮ ਜੀ, ਜਿਵੇਂ ਡਾਕਟਰ ਸਿਮੀ ਨੇ ਕਿਹਾ ਕਿ ਮੈਂਟਲ ਇਲਨੈਸ, ਮਤਲਬ ਜੇਕਰ ਅਸੀਂ ਗੱਲ ਕਰੀਏ ਕਿ ਮੈਂਟਲੀ ਪਰੇਸ਼ਾਨ ਤਾਂ ਹਰ ਕੋਈ ਰਹਿੰਦਾ ਹੈ, ਤੁਸੀਂ ਅਸੀਂ ਹਰ ਕੋਈ ਜੋ ਕਦੇ ਨਾ ਕਦੇ ਮੈਂਟਲੀ ਤੌਰ ਤੇ ਪਰੇਸ਼ਾਨ ਹੁੰਦਾ ਹੈ, ਪਰ ਦਿਮਾਗੀ ਤੌਰ ਤੇ ਜਿਹੜੇ ਜੋ ਪ੍ਰਭਾਵਿਤ ਹੁੰਦੇ ਨੇ ਜਾਂ ਦਿਮਾਗੀ ਤੌਰ ਤੇ ਬਿਮਾਰ ਬੱਚੇ ਹੁੰਦੇ ਨੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਜ਼ਰੂਰ ਡਿਫਿਕਲਟ ਹੁੰਦੀ ਹੈ। ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿਣਾ ਤਾਂ ਉਹਨਾਂ ਦੇ ਲਈ ਸਪੈਸ਼ਲੀ ਇੱਕ ਕੇਅਰ ਹੋਮ ਹੋਣੇ ਬਹੁਤ ਜ਼ਰੂਰੀ ਨੇ। ਕਦੋਂ ਤੁਹਾਨੂੰ ਲੱਗਾ ਸੀ, ਕਦੋਂ ਇਹ ਲੋੜ ਮਹਿਸੂਸ ਹੋਈ ਤੇ ਕਿੰਨਾ ਸਮਾਂ ਹੋ ਗਿਆ ਹੈ ਇਹ ਮੰਗ ਕਰਦੇ ਹੋਏ? ਮੈਡਮ, ਅਸੀਂ ਸਭ ਤੋਂ ਪਹਿਲਾਂ ਨਵੰਬਰ 2018 ਵਿੱਚ ਰਿਪਰੈਜ਼ੈਂਟੇਸ਼ਨ ਭੇਜੀ ਸੀਗੀ ਐਡਵਾਈਜ਼ਰ ਨੂੰ, ਉਹਦੇ ਬਾਅਦ ਗਵਰਨਰ ਨੂੰ ਤੇ ਫਿਰ ਫਾਈਨਲੀ ਜਨਵਰੀ 2019 ਜਦੋਂ ਕੁਝ ਨਹੀਂ ਹੋਇਆ ਤੇ ਅਸੀਂ PIL ਫਾਈਲ ਕੀਤੀ ਸੀ। ਉਹਦੇ ਬਾਅਦ ਕਾਫੀ ਮੀਟਿੰਗਸ ਹੋਈਆਂ ਗਵਰਨਰ ਨਾਲ, ਐਡਵਾਈਜ਼ਰ ਨਾਲ, ਬਾਕੀ ਪੇਰੈਂਟਸ ਵੀ ਨਾਲ ਗਏ, ਡਾਕਟਰ ਸਿਮੀ ਵੜੈਚ ਸਾਡੇ ਨਾਲ ਗਏ, ਅਸੀਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨਾਲ ਬਹੁਤ ਮੀਟਿੰਗਸ ਹੋਈਆਂ, ਹੋਮ ਸੈਕਟਰੀ ਨਾਲ ਹੋਏ ਤੇ ਇੱਕ ਦੋ ਸਲਾਹ ਉਹਨਾਂ ਦੀ ਤਰਫੋਂ ਆਈਆਂ। ਪਰ ਉਹਦੇ ਬਾਅਦ ਅਕਤੂਬਰ ਨਵੰਬਰ 'ਚ ਉਹਨਾਂ ਨੇ ਗੱਲ ਕਰਨੀ ਬੰਦ ਕਰਤੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਦਿੱਲੀ ਕੋਈ ਫੈਸਲਾ ਲਏਗੀ ਤਾਂ ਹੀ ਅਸੀਂ ਕੁਝ ਕਰਾਂਗੇ, ਅਸੀਂ UT ਹਾਂ, ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਇਹਦਾ ਬਹੁਤ ਵਿਰੋਧ ਕੀਤਾ। ਪਰ ਫਿਰ ਇਸ ਵਾਰੀ ਜੂਨ ਵਿੱਚ ਜਦੋਂ ਸਾਡੇ ਇੱਕ ਪੇਰੈਂਟ ਸਪੋਰਟ ਕਪਲਸ ਉਹਨਾਂ ਦੇ ਫਾਦਰ ਸਾਹਿਬ ਗੁਜ਼ਰ ਗਏ ਤੇ ਦੁਬਾਰਾ ਪੇਰੈਂਟਸ ਨੇ ਈਮੇਲ ਵਗੈਰਾ ਲਿਖਣੀਆਂ ਸ਼ੁਰੂ ਕੀਤੀਆਂ। ਪੇਰੈਂਟਸ ਨੂੰ ਇਹੀ ਪਰੇਸ਼ਾਨੀ ਸੀਗੀ ਕਿ ਜਦੋਂ ਅਸੀਂ ਓਲਡ ਹੋ ਜਾਂਦੇ ਆ ਜਾਂ ਜਦੋਂ ਇੱਕ ਕੋਵਿਡ ਪੈਂਡੈਮਿਕ ਦਾ ਟਾਈਮ ਹੈ ਤੇ ਅਸੀਂ 70 ਬੰਦਿਆਂ ਦੇ ਸਿਗਨੇਚਰਸ ਇਹਨਾਂ ਨੂੰ ਲਾਸਟ ਈਅਰ ਜੁਲਾਈ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਦਿੱਤੇ ਸੀ। ਮੇਰੇ ਤੋਂ ਮੰਗ ਕੀਤੀ ਗਈ ਸੀ ਕਿ ਬਈ ਸਾਨੂੰ ਲਿਸਟ ਸਬਮਿਟ ਕਰੋ। ਜਦੋਂ ਲਿਸਟ ਸਬਮਿਟ ਕਰਤੀ ਉਹਦੇ ਬਾਅਦ ਗੱਲ ਕਰਨੀ ਬੰਦ ਕਰਤੀ ਤੇ 70 ਲੋਕਾਂ ਦੀ ਜ਼ਰੂਰਤ ਹੈਗੀ ਹੈ। ਉਹਦੇ ਲਈ ਜਾਂ ਤੇ ਤੁਸੀਂ 5-6 ਗਰੁੱਪ ਹੋਮਸ ਛੋਟੇ ਡਿਫਰੈਂਟ ਸੈਕਟਰਸ 'ਚ ਐਲੋਕੇਟ ਕਰੋ ਤੇ ਰਫਲੀ 60% ਲੋਕੀ ਪੈਸੇ ਦੇਣ ਨੂੰ ਤਿਆਰ ਨੇ, ਮੰਥਲੀ ਐਕਸਪੈਂਸਿਸ ਜੋ ਵੀ ਹੁੰਦੇ ਐਗਜ਼ੈਕਟਲੀ ਲਾਈਕ 올ਡ ਏਜ ਹੋਮ, ਤੇ ਰਫਲੀ 30-40% ਇਕਨੋਮਿਕਲੀ ਵੀਕਰ ਸੈਕਸ਼ਨ ਹੈ ਜਿਹੜਾ ਕਿ ਨਹੀਂ ਦੇ ਪਾਏਗਾ। ਤੇ ਜਾਂ ਤੇ ਤੁਸੀਂ 5-6 ਛੋਟੇ ਗਰੁੱਪ ਹੋਮਸ ਦੇ ਦਿਓ ਜਾਂ ਇੱਕ ਵੱਡੀ ਜੀ ਜਗ੍ਹਾ ਜਿੱਥੇ ਰਲ ਮਿਲ ਕੇ ਰਹਿ ਸਕਣ, ਕੁਝ 올ਡ ਸੀਨੀਅਰ ਸਿਟੀਜ਼ਨਸ ਵੀ ਉੱਥੇ ਰਹਿ ਸਕਦੇ ਹਨ ਨਾਲ,
ਇੱਕਦਮ ਪਰਿਵਾਰ ਵਾਂਗੂਨ, ਇੱਕਦਮ ਇੱਕ ਛੋਟੇ ਪਿੰਡ ਵਾਂਗੂਨ। ਤੇ ਐਡਵਾਈਜ਼ਰ ਸਾਹਿਬ ਦੀ ਹੀ ਇੱਕ ਸਲਾਹ ਸੀਗੀ ਲਾਸਟ ਈਅਰ ਕਿ ਜਦੋਂ ਇੰਦਰਾ ਹੌਲੀਡੇ ਹੋਮ ਸਾਡੇ ਕੋਲ ਆ ਜਾਏਗਾ ਤੇ ਅਸੀਂ ਇੱਥੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਆ ਗਿਆ ਤੇ ਕਹਿੰਦੇ ਇੱਥੇ ਅਸੀਂ 올ਡ ਏਜ ਹੋਮ ਬਣਾਵਾਂਗੇ। 올ਡ ਏਜ ਹੋਮ ਇਹ ਇੱਕ ਨया 34 ਸੈਕਟਰ 1 ਏਕੜ ਦੇ ਪਲਾਟ ਵਿੱਚ ਬਣਾ ਰਹੇ ਹੈ, ਸ਼ਹਿਰ ਦਾ ਤੀਜਾ 올ਡ ਏਜ ਹੋਮ। ਅਸੀਂ ਕਹਿ ਰਹੇ ਹਾਂ ਤੁਸੀਂ ਇੰਦਰਾ ਹੌਲੀਡੇ ਹੋਮ ਦਾ ਵੀ ਇੱਕ ਵਿੰਗ 올ਡ ਏਜ ਹੋਮ ਰੱਖੋ, ਪਰ ਇੱਕ ਵਿੰਗ ਪਰਸਨਸ ਵਿਦ ਮੈਂਟਲ ਇਲਨੈਸ ਰੱਖ ਲਓ, ਇੱਕ ਵਿੰਗ ਪਰਸਨਸ ਵਿਦ ਇੰਟੈਲੈਕਚੁਅਲ ਡਿਸੇਬਿਲਿਟੀ ਰੱਖ ਲਓ, ਤੇ ਇੱਕ ਪੂਰੇ ਇੰਡੀਆ ਲਈ ਇੱਕ ਉਦਾਹਰਣ ਬਣ ਕੇ ਨਿਕਲੇਗਾ ਆਫ ਕ੍ਰਾਸ ਡਿਸੇਬਿਲਿਟੀ ਇੰਟੀਗ੍ਰੇਟਿਡ ਲਿਵਿੰਗ, ਏਬਲ ਡਿਸੇਬਲ ਆਲ ਪੀਪਲ ਟੁਗੇਦਰ। ਹੋ ਸਕਦਾ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਇਹਦਾ ਕੋਈ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਵੀ ਮਿਲ ਜਾਏ। ਅਸੀਂ ਇਹ ਵੀ ਗੱਲ ਸਾਫ਼ ਕੀਤੀ ਹੈ ਕਿ ਤੁਸੀਂ ਕਿਸੇ ਐਨਜੀਓ ਨੂੰ ਨਹੀਂ ਦੇਣਾ, ਕਿਸੇ ਪ੍ਰਾਈਵੇਟ ਐਂਟੀਟੀ ਨੂੰ ਨਹੀਂ ਦੇਣਾ, ਤੁਸੀਂ ਚਲਾਓ, ਅਸੀਂ ਸਾਰੇ ਤੁਹਾਡੀ ਮਦਦ ਕਰਾਂਗੇ। ਪੇਰੈਂਟ ਗਰੁੱਪ ਤੁਹਾਡੀ ਮਦਦ ਕਰੇਗਾ, ਸਾਡਾ ਐਨਜੀਓ ਤੁਹਾਡੀ ਮਦਦ ਕਰੇਗਾ, ਮੈਂਟਲ ਹੈਲਥ ਪ੍ਰੋਫੈਸ਼ਨਲਸ ਤੁਹਾਡੀ ਮਦਦ ਕਰਨਗੇ, ਅਸੀਂ ਰੋਟਰੀ ਇੰਟਰਨੈਸ਼ਨਲ ਤੋਂ ਮਦਦ ਦੀ ਉਮੀਦ ਕਰਾਂਗੇ, ਐਨਆਰਆਈਜ਼ ਨੇ ਕਿਹਾ ਕਿ ਅਸੀਂ ਪੈਸੇ ਡੋਨੇਟ ਕਰਾਂਗੇ, ਤੇ ਇਟ ਕੈਨ ਬੀ ਅ ਵਿਨ 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 ਪਾਰਟਨਰਸ਼ਿਪ ਫॉर एवरीवन। ਬਿਲਕੁਲ ਆਦਿਤਿਆ ਜੀ, ਪਰ ਬਾਰ-ਬਾਰ ਇਹੀ ਗੱਲ ਕਹੀ ਜਾ ਰਹੀ ਹੈ ਕਿ ਫਾਈਨਲ ਫੈਸਲਾ ਗਵਰਨਰ ਦੇ ਵੱਲੋਂ ਲਿਆ ਜਾਵੇਗਾ ਕਿ ਇੱਥੇ 올ਡ ਏਜ ਹੋਮ ਬਣਨਾ ਹੈ ਜਿਹਦੇ ਕਿ ਜ਼ਿਆਦਾ ਅਸਾਰ ਨਹੀਂ, ਜਾਂ ਫਿਰ ਕੇਅਰ ਹੋਮ ਬਣਨਾ ਹੈ। ਪਰ ਜਦੋਂ ਇਹ ਗੱਲ ਮਨੋਜ ਪ੍ਰੀਦਾ ਦੇ ਕੋਲੋਂ ਵੀ ਪੁੱਛੀ ਜਾਂਦੀ ਹੈ ਜੋ ਪ੍ਰਸ਼ਾਸਕ ਨੇ, ਤਾਂ ਉਹਨਾਂ ਦੇ ਵੱਲੋਂ ਇਹ ਜੋ ਕਿਹਾ ਜਾਂਦਾ ਹੈ ਕਿ ਸੈਕਟਰ 21 ਦੇ ਵਿੱਚ ਜੋ ਚੈਸ਼ਾਇਰ ਹੋਮ ਹੈ ਉਸ ਨੂੰ ਕੇਅਰ ਹੋਮ ਬਣਾਉਣ ਦਾ ਕੰਮ ਚੱਲ ਰਿਹਾ ਹੈ, ਤਾਂ ਉਸ ਦੇ ਬਾਰੇ ਕੀ ਕਹਿਣਾ ਹੈ ਕਿ ਉੱਥੇ ਕਿਉਂ ਨਹੀਂ ਰਾਜ਼ੀ ਹੋਇਆ ਜਾ ਰਿਹਾ ਕਿ ਉੱਥੇ ਜੇਕਰ ਕੇਅਰ ਹੋਮ ਬਣਦਾ ਹੈ ਤਾਂ? ਮੈਡਮ ਮੈਨੂੰ ਇੱਕ ਗੱਲ ਦੱਸੋ, ਪੂਰੇ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਕੋਲ ਸਿਰਫ ਚੈਸ਼ਾਇਰ ਹੋਮ ਹੀ ਰਹਿ ਗਿਆ? ਉੱਥੇ ਬੰਦਿਆਂ ਨੂੰ ਤੁਸੀਂ ਕੱਢੋਗੇ ਕੋਵਿਡ ਪੈਂਡੈਮਿਕ ਦੇ ਟਾਈਮ ਤੇ ਫਿਰ ਕਿਸੇ ਹੋਰ ਨੂੰ ਉੱਥੇ ਰੱਖੋਗੇ? ਇਸ ਤੋਂ ਜ਼ਿਆਦਾ ਇਨਹਿਊਮਨ ਗੱਲ ਕੀ ਹੋ ਸਕਦੀ ਹੈ? ਤੁਸੀਂ ਉਹਨਾਂ ਨੂੰ ਕਿਤੇ ਹੋਰ ਸ਼ਿਫਟ ਕਰਨਾ ਹੈ, ਕਰ ਦਿਓ। ਉੱਥੇ 9 ਕਮਰੇ ਨੇ, ਇੱਕ ਕਮਰੇ 'ਚ ਰੈਜ਼ੀਡੈਂਸ਼ੀਅਲ ਸਟਾਫ ਰਹੇਗਾ, ਬਾਕੀ 8 ਕਮਰਿਆਂ 'ਚ ਜ਼ਿਆਦਾ ਤੋਂ ਜ਼ਿਆਦਾ 16 ਬੰਦੇ ਰਹਿ ਸਕਦੇ ਹੈ। ਅਸੀਂ 70 ਬੰਦਿਆਂ ਦੀ ਲਿਸਟ ਦਿੱਤੀ ਹੈ, ਬਾਕੀ 50-55 ਕਿੱਥੇ ਜਾਣਗੇ? ਮਤਲਬ ਇਹ ਕੋਈ ਪਲੈਨਿੰਗ ਨਹੀਂ ਚਾਹੀਦੀ ਗਰੁੱਪ ਹੋਮਸ ਲਈ। ਅਸੀਂ 1.5 ਸਾਲ ਤੋਂ ਕਹਿ ਰਹੇ ਹਾਂ ਕਿ ਜਾਂ ਤੇ ਉਹ ਜੇ 5-6 ਗਰੁੱਪ ਹੋਮਸ ਦੇ ਦਿਓ, ਬਿਲਕੁਲ ਠੀਕ ਹੈ, ਤੇ ਜਾਂ ਇੱਕ ਵੱਡਾ ਜਿਹਾ ਕੈਂਪਸ ਹੋਏ ਜਿੱਥੇ ਲੋਕੀ ਰਲ ਮਿਲ ਕੇ ਰਹਿ ਸਕਦੇ ਹੈ। ਤੇ ਇੱਕੋ ਹੀ ਚੈਸ਼ਾਇਰ ਹੋਮ ਹੀ ਰਹਿ ਗਿਆ ਇਹਨਾਂ ਕੋਲ, ਐਡਮਿਨਿਸਟ੍ਰੇਸ਼ਨ ਕੋਲ ਸਿਰਫ। ਤਾਂ ਫਿਰ ਲਾਸਟ ਜੇਕਰ ਆਦਿਤਿਆ ਜੀ ਗੱਲ ਕੀਤੀ ਜਾਵੇ ਤਾਂ ਕਦੋਂ ਤੁਹਾਡੀ ਗੱਲ ਹੋਈ ਸੀ, ਤੋਂ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਹੈ? ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਅੱਧੀਆਂ ਗੱਲਾਂ ਬਾਤਾਂ ਹੋਈਆਂ, ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਵੀ ਮੌਕਾ ਆਇਆ ਕਿ ਗੱਲਬਾਤ ਹੀ ਕਰਨੀ ਬੰਦ ਹੋ ਗਈ। ਤਾਂ ਫਿਲਹਾਲ ਕੀ ਕਿਹਾ ਜਾ ਰਿਹਾ ਹੈ? ਕਿਉਂਕਿ ਹੁਣ ਕੋਰੋਨਾ ਦੇ ਸਮੇਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਜੋ ਇਹ ਮਾਮਲੇ ਨੇ ਮੈਂਟਲ ਇਲਨੈਸ ਤੇ ਉਹ ਵੀ ਜ਼ਿਆਦਾ ਵਧੇ ਨੇ, ਤੇ ਕਮੀ ਜਿਹੜੀ ਹੈ ਉਹ ਵੀ ਜ਼ਿਆਦਾ ਮਹਿਸੂਸ ਹੋਣ ਲੱਗੀ ਹੈ, ਲੋਡ ਵੀ ਜ਼ਿਆਦਾ ਮਹਿਸੂਸ ਹੋਣ ਲੱਗੀ ਹੈ। ਇੱਕ ਤਾਂ ਮੈਡਮ ਮੈਂ ਇਹ ਕਲੀਅਰ ਕਰਦਾ ਕਿ ਮੈਂਟਲ ਇਲਨੈਸ ਇਜ਼ ਅ ਵੈਰੀ ਬ੍ਰੌਡ, ਬਹੁਤ ਹੀ ਬ੍ਰੌਡ ਟਰਮ ਹੈਗੀ ਹੈ। ਕਈ ਕਾਮਨ ਮੈਂਟਲ ਇਲਨੈਸਿਸ ਨੇ, ਡਿਪਰੈਸ਼ਨ, ਐਂਗਜ਼ਾਇਟੀ, ਉਹ ਆਲਮੋਸਟ 8-9-10% ਪੋਪੂਲੇਸ਼ਨ ਨੂੰ ਹੁੰਦੀ ਹੈ। ਅਸੀਂ ਉਹਦੀ ਗੱਲ ਨਹੀਂ ਕਰ ਰਹੇ। ਜਿੱਦਾਂ ਡਾਕਟਰ ਸਿਮੀ ਨੇ ਸਮਝਾਇਆ ਕਿ ਕ੍ਰੋਨਿਕ ਮੈਂਟਲ ਇਲਨੈਸ ਜਿਹੜੀ ਕਿ ਅੰਦਾਜ਼ਨ 1.5 ਤੋਂ 2% ਪੋਪੂਲੇਸ਼ਨ ਨੂੰ ਹੁੰਦੀ ਹੈ, ਅਸੀਂ ਉਹਦੀ ਗੱਲ ਕਰ ਰਹੇ ਹਾਂ। ਤੇ ਉਹਦੇ 'ਚ ਵੀ ਅਸੀਂ ਇੱਕ ਸਪੈਸੀਫਿਕ ਮੁੱਦਾ ਚੱਕ ਰਹੇ ਹਾਂ, ਰਾਈਟ ਟੂ ਕਮਿਊਨਿਟੀ ਲਿਵਿੰਗ। ਜਿਹੜਾ ਨया ਐਕਟ ਆਇਆ ਹੈ ਇਹ ਬੜਾ ਸਾਫ਼ ਤਰੀਕੇ ਨਾਲ ਕਹਿੰਦਾ ਹੈ ਕਿ ਰਾਈਟ ਟੂ ਕਮਿਊਨਿਟੀ ਲਿਵਿੰਗ। ਇਹ ਸ਼ਹਿਰ ਦੇ ਬਾਹਰ ਜਾਂ ਇਕੱਲੇ ਨਹੀਂ ਇਹਨਾਂ ਨੂੰ ਛੱਡਣਾ, ਇਹਨਾਂ ਦੀ ਇੱਕ ਰਾਈਟ ਹੈਗੀ ਹੈ ਟੂ ਕਮਿਊਨਿਟੀ ਲਿਵਿੰਗ। ਤੇ ਅਸੀਂ ਕਹਿ ਰਹੇ ਹਾਂ ਕਿ ਉਹਦਾ ਚੰਡੀਗੜ੍ਹ ਇੱਕ ਬਹੁਤ ਵਧੀਆ ਉਦਾਹਰਣ ਬਣ ਸਕਦਾ ਹੈ। ਤੇ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗਸ ਗੱਲ ਹੋਣੀ ਤੇ ਪਿਛਲੇ ਸਾਲ ਅਕਤੂਬਰ-ਨਵੰਬਰ ਤੋਂ ਬਾਅਦ ਬੰਦ ਹੋ ਗਈ ਸੀ। ਇਸ ਸਾਲ ਜੁਲਾਈ ਤੋਂ ਕਾਫੀ ਸਾਰੇ ਪੇਰੈਂਟਸ ਨੇ ਦੁਬਾਰਾ ਈਮੇਲ ਰਿਪਰੈਜ਼ੈਂਟੇਸ਼ਨਸ ਕਰਨੀਆਂ ਸ਼ੁਰੂ ਕੀਤੀਆਂ। ਤੇ ਇਸ ਵਾਰੀ ਅਸੀਂ ਸੀਨੀਅਰ ਮਿਨਿਸਟਰਸ, ਆਈਏਐਸ ਆਫੀਸਰਸ ਦਿੱਲੀ ਨੂੰ ਵੀ ਕਾਪੀ ਕਰ ਰਹੇ ਹਾਂ, ਤੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਵੀ ਇੰਟਰਸਟ ਸ਼ੋ ਕੀਤਾ ਹੈ। ਉਹਨਾਂ ਨੇ ਰਿਪੋਰਟ ਮੰਗੀ ਹੈ ਐਡਮਿਨਿਸਟ੍ਰੇਸ਼ਨ ਨੂੰ। ਲਾਸਟ ਈਅਰ ਜਦੋਂ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਸੀ, ਮੈਂ ਡਾਕਟਰ ਸਿਮੀ ਵੜੈਚ, 4 ਹੋਰ ਪੇਰੈਂਟਸ, ਤੇ ਉਹਨਾਂ ਨੇ ਸਾਨੂੰ ਸਾਫ਼ ਕਿਹਾ ਸੀ ਕਿ ਮੈਂ ਇੱਕ ਛਾਪ ਜੇ ਛੱਡ ਕੇ ਜਾਣਾ ਚਾਹੁੰਦਾ ਵਾਂ ਚੰਡੀਗੜ੍ਹ 'ਚ, ਤੇ ਉਹ ਛਾਪ ਇਹ ਹੋਏਗੀ ਕਿ ਚੰਡੀਗੜ੍ਹ ਵੁੱਡ ਬੀ ਅ ਕੇਅਰਿੰਗ ਸਿਟੀ ਫॉर ਪਰਸਨਸ ਵਿਦ ਮੈਂਟਲ ਡਿਸੇਬਿਲਿਟੀਜ਼। ਤੇ ਐਡਵਾਈਜ਼ਰ ਦਾ ਹੀ ਸੁਝਾਅ ਸੀਗਾ ਕਿ ਜਦੋਂ ਇੰਦਰਾ ਹੌਲੀਡੇ ਹੋਮ ਸਾਡੇ ਕੋਲ ਆ ਜਾਏਗਾ ਅਸੀਂ ਇੱਥੇ ਸ਼ੁਰੂ ਕਰਾਂਗੇ। ਹੁਣ ਇਹ ਕੋਈ 2 ਵੱਖ-ਵੱਖ ਐਡਮਿਨਿਸਟ੍ਰੇਸ਼ਨ ਦੇ ਤੇ ਮੁਲਾਜ਼ਮ ਹੈਗੇ ਨਹੀਂ ਨਾ, ਇੱਕੋ ਹੀ ਐਡਮਿਨਿਸਟ੍ਰੇਸ਼ਨ ਦੇ ਨੇ। ਕਿਉਂ ਨਹੀਂ ਇਕੱਠੇ ਬੈਠ ਕੇ ਵਾਰ ਰੂਮ ਡਿਸੀਜਨ ਜਾਂ ਰਾਜ ਭਵਨ 'ਚ ਇੱਕ ਮੀਟਿੰਗ ਕਰਨ ਤੇ ਡਿਸਾਈਡ ਕਰਨ?
ਤਾਂ ਬਿਲਕੁਲ ਜੋ ਪਹਿਲਾਂ ਗੱਲ ਕਹੀ ਗਈ ਕਿ ਇੰਦਰਾ ਹੋਮ ਜੋ ਹੌਲੀਡੇ ਹੋਮ ਹੈ ਉਸ ਨੂੰ ਕੇਅਰ ਹੋਮ ਬਣਾਇਆ ਜਾਵੇਗਾ, ਪਰ ਹੁਣ ਜਦੋਂ ਪ੍ਰਸ਼ਾਸਨ ਦੇ ਅਧੀਨ ਆ ਗਿਆ ਹੈ ਤਾਂ ਫਿਰ ਕਿਉਂ ਉਸ ਤੋਂ ਟਾਲਾ ਵੱਟਿਆ ਜਾ ਰਿਹਾ ਹੈ? ਬਿਲਕੁਲ ਸਵਾਲ ਤਾਂ ਵੱਡਾ ਹੈ ਹੀ, ਇਸ ਤੇ ਜਵਾਬ ਵੀ ਅਸੀਂ ਉਹਨਾਂ ਦੇ ਕੋਲੋਂ ਲਵਾਂਗੇ। ਆਦਿਤਿਆ ਜੀ ਤੁਸੀਂ ਬਣੇ ਰਹੋ ਸਾਡੇ ਨਾਲ, ਡਾਕਟਰ ਸਿਮੀ ਵਰੈਚ ਤੁਸੀਂ ਵੀ ਸਾਡੇ ਨਾਲ ਬਣੇ ਰਹੋ, ਹੋਰ ਗੱਲਬਾਤ ਕਰਾਂਗੇ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।